उधम ते राज मिले, शत्रु ते सब होवन मीता। परमेश्वर आराध्य जिंदु होए पतित पुनीता। परमेश्वर आराध्य जिंदु होए पतित पुनीता। किसे उधम ते राज मिले, शत्रु ते सब होवन मीता। किसे उधम ते राज मिले, शत्रु ते सब होवन मीता। परमेश्वर आराध्य जिंदु होए पतित पुनीता। परमेश्वर आराध्य जिंदु होए पतित पुनीता। किसे उधम ते राज मिले, शत्रु ते सब होवन मीता। किसे उधम ते राज मिले, शत्रु ते सब होवन मीता। द्रोह सदा कार्य आया, कर प्यार प्यो पूछड़ लीता। द्रोह सदा घरे आया, कर प्यार प्यो पूछड़ लीता। बाहों पकड़ उठा लिया, मन विच रोस मत कीता। बाहों पकड़ उठा लिया, मन विच रोस मत कीता। किसे उधम ते राज मिले, शत्रु ते सब होवन मीता। किसे उधम ते राज मिले, शत्रु ते सब
माँ पूछे तू सवाणी है किसरी का ढूंढोली का माँ पूछे तू सवाणी है किसरी का सवाणी जन्म दी नाम न भक्ति कर्म दड़ीता सवाणी जन्म दी नाम न भक्ति कर्म दृढ़ीता किसे उठम ते राज मिले शत्रु ते सब भोवन मीठा किसे उठम ते राज मिले शत्रु ते सब भोवन मीठा परमेश्वर आराध्य जिनु होइए पतत पुनीता परमेश्वर आराध्य जिनु होइए पतत पुनीता किसे उद्धम ते राज मिले शत्रु ते सब भोवन मीठा किसे उद्धम ते राज मिले शत्रु ते सब भोवन मीठा बाहर चले करण ताप मन बैरागी होए अतीता बाहर चले करण ताप मन बैरागी होए अतीता नारद मुन उपदेशया नाम निधान अमेयो रस पीता नारद मुन उपदेशया नाम निधान अमेयो रस पीता किसे उद्धम ते राज मिले शत्रु ते सब भोवन मीठा किसे उद्धम ते राज मिले शत्रु ते सब
दिया अफजल राज करो नित नीता हार चले गुरमुख जग जीता हार चले गुरमुख जग जीता किसे उतम ते राज मिले शत्रु ते सब होवन मीता किसे उतम ते राज मिले शत्रु ते सब होवन मीता परमेश्वर आराध्य जिंदु होए सतत पुनीता परमेश्वर आराध्य जिंदु होए सतत पुनीता किसे उतम ते राज मिले शत्रु ते सब होवन मीता किसे उतम ते राज मिले शत्रु ते सब होवन मीता शत्रु ते सब होवन मीता शत्रु ते सब होवन मीता गुरु प्यारे साध संगत जी रसना ਨੂੰ ਪਵਿੱਤਰ ਕਰੋ ਕਹੋ ਵਾਹਿਗੁਰੂ 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 ਵਾਹਿਗੁਰੂ। ਜਿੱਥੇ ਜਿੱਥੇ ਵੀ ਆਪ ਬੈਠੇ ਹੋ ਮਨ ਬਿਰਤੇ ਨੂੰ ਇਕਾਗਰ ਕਰੋ। ਅਗਰ ਆਪਣਾ ਭਾਵ ਬਣਾਓਗੇ ਨਾ ਕਿ ਅਸੀਂ ਸਤ ਸੰਗ ਵਿੱਚ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਾਹਮਣੇ ਪ੍ਰਕਾਸ਼ਮਾਨ ਨੇ। ਸਤ ਸੰਗ ਵਿੱਚ ਬੈਠ ਕੇ ਤੇ ਅਸੀਂ ਇੱਕ ਗੁਰੂ ਜਸ ਸ਼ਰਵਣ ਕਰ ਰਹੇ ਹਾਂ, ਅਵਸ਼ ਆਨੰਦ ਆਏਗਾ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਇਹ ਪਾਵਨ ਸ਼ਬਦ ਜੋ ਆਪਾਂ ਅੱਜ ਪੜ੍ਹਿਆ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਇੱਕ ਇਤਿਹਾਸਿਕ ਗਾਥਾ ਜੋ ਲਗਭਗ ਆਪਾਂ ਸਾਰਿਆਂ ਨੇ ਪਹਿਲੇ ਸੁਣੀ ਹੈ। ਕਿਸੇ ਗੱਲ ਨੂੰ ਅਗਰ ਬਾਰ-ਬਾਰ ਰਿਪੀਟ ਕੀਤਾ ਜਾਂਦਾ ਹੈ, ਉਸ ਦੇ ਪਿੱਛੇ ਇੱਕ ਮਕਸਦ ਹੁੰਦਾ ਹੈ। ਕਿਉਂਕਿ ਸਾਡਾ ਜੋ ਜੀਵਨ ਹੈ ਨਾ, ਇਹ ਬਾਰ-ਬਾਰ ਰਿਪੀਟ ਹੋ ਰਿਹਾ, ਸਭ ਕੁਝ ਰਿਪੀਟ ਹੋ ਰਿਹਾ। ਤੇ ਕੁਦਰਤ ਦਾ ਵੀ ਇੱਕ ਨਿਯਮ ਹੈ ਪਿਆਰੀ ਸਾਧ ਸੰਗਤ। ਦਿਨ ਹੁੰਦਾ ਹੈ, 24 ਘੰਟੇ ਤੋਂ ਬਾਅਦ ਫਿਰ ਸੂਰਜ ਨਿਕਲਦਾ ਹੈ, ਫਿਰ ਦਿਨ ਹੁੰਦਾ ਹੈ, ਦੁਪਹਿਰ ਹੁੰਦਾ ਹੈ, ਸ਼ਾਮ ਹੁੰਦੀ ਹੈ, ਰਾਤ ਹੋ ਜਾਂਦੀ ਹੈ, ਸੂਰਜ ਛਿਪ ਜਾਂਦਾ ਹੈ, ਫਿਰ ਦੁਬਾਰਾ ਨਵੇਂ ਸਿਰੇ ਤੋਂ ਚੜ ਜਾਂਦਾ ਹੈ। ਇਹ ਕੀ ਹੋਇਆ? ਰਿਪੀਟ ਹੋ ਗਿਆ। ਦਿਨ ਹੋਇਆ, ਬਿਲਕੁਲ ਇਸੇ ਤਰ੍ਹਾਂ ਅਸੀਂ ਬਾਰ-ਬਾਰ ਆਪਣੇ ਜੀਵਨ ਦੇ ਅੰਦਰ ਰਿਪੀਟ ਕਰਦੇ ਹਾਂ। ਅਸੀਂ ਬਾਰ-ਬਾਰ ਸਵਾਸ ਲੈਂਦੇ ਹਾਂ, ਅਸੀਂ ਬਾਰ-ਬਾਰ ਭੋਜਨ ਕਰਦੇ ਹਾਂ, ਅਸੀਂ ਬਾਰ-ਬਾਰ ਇਸ਼ਨਾਨ ਕਰਨੇ ਹਾਂ, ਅਸੀਂ ਬਾਰ-ਬਾਰ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਉਚਾਰਨ ਕਰਦੇ ਹਾਂ। ਕਹਿ ਦਿਓ ਵਾਹਿਗੁਰੂ।
ਇਹ ਰਿਪੀਟੀਸ਼ਨ ਇਸ ਦੀ ਲਾਈਫ ਦਾ ਇੱਕ ਪਾਰਟ ਹੈ। ਪਿਆਰੀ ਸਾਧ ਸੰਗਤ, ਇਸ ਸ਼ਬਦ ਦੇ ਅੰਦਰ ਉਹ ਕਥਾ ਦੱਸੀ ਹੈ ਭਾਈ ਗੁਰਦਾਸ ਜੀ ਨੇ। ਇੱਕ ਛੋਟੇ ਬੱਚੇ ਦਾ ਜੀਵਨ, ਛੋਟਾ ਬੱਚਾ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਕਿਸੇ ਨੇ ਸਵਾਲ ਕੀਤਾ ਸੀ ਭਗਤ ਕਬੀਰ ਜੀ ਤੇ ਕਿ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰੀਏ। ਭਗਤ ਕਬੀਰ ਜੀ ਨੇ ਕਿਸੇ ਸੰਤ ਦਾ, ਕਿਸੇ ਮਹਾਂਪੁਰਸ਼ ਦਾ, ਵੱਡੇ ਇਨਸਾਨ ਦਾ ਨਾਂ ਨਹੀਂ ਲਿਆ ਸੀ। ਭਗਤ ਕਬੀਰ ਨੇ ਕਿਹਾ ਸੀ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਤਰ੍ਹਾਂ ਧਰੂ ਨੇ ਜਪਿਆ, ਜਿਸ ਤਰ੍ਹਾਂ ਪ੍ਰਹਿਲਾਦ ਨੇ ਜਪਿਆ। ਇਹ ਸ਼ਬਦ ਭਗਤ ਧਰੂ ਜੀ ਦੇ ਜੀਵਨ ਦੇ ਵਿੱਚੋਂ ਹੈ। 5 ਸਾਲ ਦੀ ਉਮਰ, ਇੱਕ ਦਿਨ ਬਾਹਰੋਂ ਖੇਡਦੇ ਖੇਡਦੇ ਆਏ ਨੇ ਤੇ ਪਿਤਾ ਰਾਜਾ ਹੈ, ਰਾਜ ਸਿੰਘਾਸਨ ਤੇ ਬੈਠਾ ਪਿਤਾ, ਤੇ ਉਸ ਦੇ ਨਾਲ ਬੈਠੀ ਹੈ ਉਸ ਦੀ ਸੁਤੇਲੀ ਮਾਂ। ਇਹ ਪੁਰਾਤਨ ਸਮੇਂ ਦੇ ਅੰਦਰ ਐਸਾ ਹੋਇਆ ਕਰਦਾ ਸੀ ਕਿ ਰਾਜੇ ਨੂੰ ਹੱਕ ਹੁੰਦਾ ਸੀ ਇਸ ਗੱਲ ਦਾ, ਉਹ ਚਾਹੇ ਜਿਤਨੀ ਮਰਜ਼ੀਆਂ ਸ਼ਾਦੀਆਂ ਕਰ ਲਵੇ। ਕਿਉਂਕਿ ਇੱਕ ਸਮਾਂ ਸੀ ਪਿਆਰੀ ਸਾਧ ਸੰਗਤ, ਉਸ ਟਾਈਮ ਔਰਤ ਨੂੰ ਕੇਵਲ ਇੱਕ ਭੋਗ, ਇੱਕ ਬਿਲਾਸ ਦਾ ਸਾਧਨ ਸਮਝਿਆ ਜਾਂਦਾ ਸੀ। ਯੂਜ਼ ਐਂਡ ਥਰੋ। ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਤੇ ਆਏ, ਉਹਨਾਂ ਨੇ ਕਿਹਾ ਨਹੀਂ, ਇਹ ਜੋ ਔਰਤ ਹੈ ਇਸ ਦਾ ਸਤਿਕਾਰ ਕਰਨਾ ਹੈ। ਕਿਉਂਕਿ ਔਰਤ ਦੀ ਕੁੱਖ ਦੇ ਵਿੱਚੋਂ ਰਾਜੇ ਹੋਏ ਨੇ, ਔਰਤ ਦੀ ਕੁੱਖ ਦੇ ਵਿੱਚੋਂ ਅਵਤਾਰ ਹੋਏ ਨੇ, ਔਰਤ ਦੀ ਕੁੱਖ ਦੇ ਵਿੱਚੋਂ ਦੇਵਤੇ ਹੋਏ ਨੇ, ਤੇ ਔਰਤ ਦੀ ਕੁੱਖ ਦੇ ਵਿੱਚੋਂ ਇਹ ਸਾਰਾ ਜਹਾਨ ਹੋ ਰਿਹਾ ਹੈ। ਕਹਿ ਦੋ ਵਾਹਿਗੁਰੂ। ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾ। ਤੇ ਜਦੋਂ ਸਮਝ ਆਈ, ਅੱਜ ਵੀ ਸਾਡੀ ਗਵਰਨਮੈਂਟ ਨੇ ਕਾਨੂੰਨ ਪਾਸ ਕੀਤਾ ਹੈ ਜੋ ਖਾਸ ਕਰਕੇ ਸਾਡੇ ਹਿੰਦੁਸਤਾਨ ਦੇ ਅੰਦਰ ਹਿੰਦੂਆਂ ਦੇ ਉੱਤੇ ਤੇ ਲਾਗੂ ਹੁੰਦਾ ਹੈ ਕਿ ਉਹ ਇੱਕ ਤੋਂ ਜ਼ਿਆਦਾ ਸ਼ਾਦੀ ਨਹੀਂ ਕਰ ਸਕਦਾ। ਉਸ ਟਾਈਮ ਰਾਜੇ ਕੀ ਕਰਦੇ ਸੀ, ਕਈ ਸ਼ਾਦੀਆਂ ਕਰਦੇ ਸੀ। ਹੁਣ ਸੋਤੇਲੀ ਮਾਂ ਬੈਠੀ ਹੈ ਰਾਜੇ ਦੇ ਕੋਲ ਸਿੰਘਾਸਨ ਦੇ ਉੱਪਰ। ਧਰੂ ਆਇਆ ਖੇਡਦਾ ਖੇਡਦਾ ਤੇ ਸੋਤੇਲੀ ਮਾਂ ਨੇ ਉਸ ਨੂੰ ਬਾਂਹ ਦੇ ਕੋਲ ਪਕੜਿਆ ਤੇ ਉਠਾ ਦਿੱਤਾ, ਝਿਜੋੜ ਦਿੱਤਾ। ਇੱਕਦਮ ਸਹਿਮ ਗਿਆ, ਬੱਚਾ ਸੀ, ਡਰ ਗਿਆ ਤੇ ਆਪਣੀ ਮਾਂ ਦੇ ਕੋਲ ਚਲਾ ਗਿਆ, ਸੱਕੀ ਮਾਂ ਦੇ ਕੋਲ ਚਲਾ ਗਿਆ। ਉਸਨੇ ਸਵਾਲ ਕੀਤਾ ਆਪਣੀ ਮਾਂ ਦੇ ਉੱਤੇ, ਕਹਿ ਲੱਗਾ, ਮਾਂ ਇੱਕ ਗੱਲ ਦੱਸੋ, क्या तुसी इस घर दी रानी हो या इस घर दी नौकरानी हो? मां समझ गई, मां बड़ी सियाणी सी प्यारी साध संगत, समझ गई कि बच्चे दे मन दे अंदर, बच्चे नूं कोई चोट लगी है इस तरह दी। एक बेनती करा प्यारी साध संगत, जदों इस तरह दा कोई हालात बनदी है, ਜਦੋਂ ਆਦਮੀ ਪਰੇਸ਼ਾਨ ਹੋ ਜਾਂਦਾ ਹੈ, ਕਈ ਵਾਰੀ ਆਦਮੀ ਆਪਣੇ ਜੀਵਨ ਤੋਂ ਤੰਗ ਆ ਜਾਂਦਾ ਹੈ। ਇਹ ਲੋਕੀ ਸੁਸਾਈਡ ਕਿਉਂ ਕਰਦੇ ਨੇ? ਉਸ ਦੇ ਪਿੱਛੇ ਰੀਜ਼ਨ ਹੈ, ਉਹ ਸਮਝਦੇ ਇਸ ਨੂੰ ਮਰ ਜਾਵੇ ਤਾਂ ਬੜਾ ਅੱਛਾ ਹੈ। ਮਾਂ ਬੜੀ ਸਿਆਣੀ ਸੀ, ਉਸਨੇ ਕਾਰਨ ਪੁੱਛਿਆ, ਬੇਟਾ ਕਾਰਨ ਦੱਸ। ਬੱਚੇ ਨੇ ਕਾਰਨ ਨਹੀਂ ਦੱਸਿਆ। ਉਸ ਸਮੇਂ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ कि ध्रुव हसदा घर आया, कर प्यार प्यो कुछड़ लीता, बाहों पकड़ उठा लिया, मन विच रोस मतरी कीता। क्रोध ते बड़ा आया, बाकी अजे बचपन सी, कुछ कर नहीं सकते सी। परेशान होके मां दे कोल चला गया। ढूंढोली का मां पूछे, तू सवानी है कि सरिता? ते मां ने बड़ा सुंदर जवाब दिता, कह लगे कि सवानी हां मैं जन्म दी,
ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਹਿਣ ਲੱਗੀ ਬੇਟਾ ਹਾਂ ਤੇ ਮੈਂ ਜਨਮ ਤੋਂ ਇੱਕ ਰਾਣੀ ਹਾਂ, ਬਾਕੀ ਮੈਂ ਕੋਈ ਐਸਾ ਕਰਮ ਨਹੀਂ ਕੀਤਾ ਜਿਸ ਦੇ ਨਾਲ ਮੈਨੂੰ ਰਾਜ ਦੇ ਸਾਰੇ ਸੁੱਖ ਮਿਲ ਸਕਣ। ਕਹਿ ਦੋ ਵਾਹਿਗੁਰੂ। ਵਾਹਿਗੁਰੂ। ਬੇਨਤੀ ਕਰਾਂ ਪਿਆਰੀ ਸਾਧ ਸੰਗਤ, ਇਹ ਇਨਸਾਨ ਦੇ ਆਪਣੇ ਕਰਮ ਨੇ। ਇੱਕ ਮਾਂ ਦੇ ਦੋ ਬੱਚੇ ਹੁੰਦੇ ਨੇ, ਇੱਕ ਬੱਚਾ ਰਾਜ ਕਰਦਾ ਹੈ, ਇੱਕ ਬੱਚਾ ਵਿਚਾਰਾ ਇੱਕ ਟਾਈਮ ਦੇ ਖਾਣ ਤੋਂ ਹੀ ਮੁਤਾਜ ਹੋ ਜਾਂਦਾ ਹੈ। ਕਾਰਨ ਕੀ ਹੈ? ਇਹ ਇਨਸਾਨ ਦੇ ਆਪਣੇ ਕਰਮ ਨੇ। ਜੈਸੇ ਕਰਮ ਕੋਈ ਕਰੇਗਾ ਤੇ ਪਰਮਾਤਮਾ ਕਦੀ ਫਰਕ ਨਹੀਂ ਰੱਖਦਾ। ਪਰਮਾਤਮਾ ਤੇ ਕੇਵਲ ਸਾਡੇ ਕਰਮਾਂ ਨੂੰ ਵੇਖਦਾ ਹੈ। ਪਿਆਰੀ ਸਾਧ ਸੰਗਤ, ਇਨਸਾਨ ਕਰਮ ਕੈਸੇ ਕਰਦਾ ਹੈ? ਉਸੇ ਮਾਂ ਦੀ ਕੁੱਖ ਦੇ ਵਿੱਚੋਂ ਬੱਚਾ ਜੰਮਦਾ ਹੈ। ਇੱਕ ਬੱਚਾ ਰਾਜ ਕਰਦਾ ਹੈ, ਇੱਕ ਬੱਚਾ ਭਿਖਾਰੀ ਬਣ ਜਾਂਦਾ ਹੈ। ਇਸ ਦਾ ਕਾਰਨ ਹੈ ਕੇਵਲ ਤੇ ਕੇਵਲ ਕਰਮ। ਮਾਂ ਬੜੀ ਸਿਆਣੀ ਸੀ, ਸੋਚਣ ਲੱਗੀ ਕਿ ਅਗਰ ਬੱਚੇ ਨੂੰ ਅੱਜ ਮੈਂ ਕੁਝ ਕਵਾਂਗੀ, ਐਸੀ ਗੱਲ ਕਰਾਂਗੀ, ਬੱਚੇ ਦੇ ਮਨ ਦੇ ਅੰਦਰ ਜੀਵਨ ਭਰ ਆਪਣੀ ਮਾਂ ਤੇ ਬਾਪ ਦੇ ਵਾਸਤੇ ਨਫ਼ਰਤ ਆ ਜਾਏਗੀ। ਕਹਿਣ ਲੱਗੀ ਬੇਟਾ ਇਸ ਦੇ ਵਿੱਚ ਕਿਸੇ ਦਾ ਕਸੂਰ ਨਹੀਂ, ਕਸੂਰ ਕੇਵਲ ਮੇਰਾ ਹੈ ਕਿ ਮੈਂ ਭਗਤੀ ਨਹੀਂ ਕੀਤੀ। ਕਹਿ ਦੋ ਵਾਹਿਗੁਰੂ। ਵਾਹਿਗੁਰੂ। ਕਹਿ ਲੱਗੇ ਕਿ ਮੈਂ ਭਗਤੀ ਨਹੀਂ ਕੀਤੀ। ਤੇ ਗੁਰਬਾਣੀ ਦੇ ਅੰਦਰ ਗੁਰੂ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ ਪਿਆਰੀ ਸਾਧ ਸੰਗਤ ਕਿ ਸਰਬ ਸੁਖ ਹਰ ਨਾਮ ਵਡਾਈ। ਸਾਰੇ ਦੇ ਸਾਰੇ ਸੁੱਖ ਮਿਲਦੇ ਨੇ ਅਗਰ ਪਰਮਾਤਮਾ ਦਾ ਨਾਮ ਜਪਿਆ ਜਾਵੇ, ਪਰਮਾਤਮਾ ਦੀ ਵਡਿਆਈ ਕੀਤੀ ਜਾਵੇ। ਇਹ ਸਾਰੇ ਸੁੱਖ ਇਨਸਾਨ ਨੂੰ ਮਿਲਦੇ ਨੇ। ਤੇ ਸਾਡੀ ਅਵਸਥਾ ਕੀ ਹੈ? ਪੰਜਵੇਂ ਪਾਤਸ਼ਾਹ ਕਹਿੰਦੇ ਕਿ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ। ਉਸ ਦੇਣ ਹਾਲੇ ਪਰਮਾਤਮਾ ਨੂੰ ਅਸੀਂ ਭੁੱਲ ਗਏ ਹਾਂ, ਜਿਸ ਨੇ ਸਭ ਕੁਝ ਦਿੱਤਾ, ਜਿਸ ਦੀ ਕਿਰਪਾ ਦੇ ਨਾਲ ਜਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਹ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ, ਜਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਗੁਰੂ ਜੀ ਕਹਿੰਦੇ ਕਿ ਪਿਆਰਿਆ, ਜਿਸ ਦੀ ਕਿਰਪਾ ਦੇ ਨਾਲ ਤੈਨੂੰ ਸਭ ਕੁਝ ਮਿਲ ਰਿਹਾ ਹੈ, ਉਸ ਪਰਮਾਤਮਾ ਨੂੰ ਤੂੰ ਯਾਦ ਕਰ। ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਜਹ ਪ੍ਰਸਾਦ ਪੀਵੇ ਸੀਤਲ ਜਲਾ। ਇਹ ਗਰਮੀ ਦਾ ਮੌਸਮ ਹੋਵੇ ਤੇ ਠੰਡਾ ਜਲ ਮਿਲ ਜਾਵੇ ਪਾਣੀ ਪੀਣ ਵਾਸਤੇ, ਤਾਂ ਗੁਰੂ ਜੀ ਕਹਿੰਦੇ ਕਿ ਧੰਨਵਾਦ ਕਰ ਉਸ ਪਰਮਾਤਮਾ ਦਾ। ਅੱਜ ਆਪਾਂ ਵੇਖ ਰਹੇ ਹਾਂ ਪਿਆਰੀ ਸਾਧ ਸੰਗਤ, ਪਰਮਾਤਮਾ ਨੇ ਕਿਤਨੀ ਇੱਕ ਐਸਾ ਮੌਸਮ ਬਣ ਗਿਆ, ਇੱਕ ਐਸਾ ਮਾਹੌਲ ਬਣ ਗਿਆ, ਐਸਾ ਵਾਤਾਵਰਣ ਬਣ ਗਿਆ ਸਾਰੇ ਸੰਸਾਰ ਦਾ। ਕੁਝ ਖਵਾ ਰਹੇ ਨੇ, ਕੁਝ ਖਾ ਰਹੇ ਨੇ। ਅਗਰ ਇਸ ਤਰ੍ਹਾਂ ਦਾ ਪਿਆਰ ਅੱਜ ਸੰਸਾਰ ਦੇ ਅੰਦਰ ਨਾ ਹੁੰਦਾ, ਉਹ ਜ਼ਰੂਰਤਮੰਦ ਇਨਸਾਨ ਵਿਚਾਰੇ ਭੁੱਖੇ ਮਰ ਜਾਂਦੇ। ਇਹ ਦਿੱਤਾ ਜਾ ਰਿਹਾ ਹੈ। ਇਹ ਕੌਣ ਦੇ ਰਿਹਾ ਹੈ? ਉਹ ਦਾਤਾ ਦੇ ਰਿਹਾ ਹੈ। ਉਹ ਦਿੰਦਾ ਪਰਮਾਤਮਾ ਹੈ ਪਿਆਰੀ ਸਾਧ ਸੰਗਤ। ਤੇ ਪਰਮਾਤਮਾ ਫਿਰ ਵੇਖਦਾ ਹੈ ਮੇਰੇ ਦਿੱਤੇ ਦਾ ਇਹ ਕਿਤਨਾ ਧੰਨਵਾਦ ਕਰ ਰਿਹਾ ਹੈ। ਕਿਆ ਇਸ ਦੇ ਮਨ ਦੇ ਅੰਦਰ ਦਇਆ ਹੈ ਕਿ ਨਹੀਂ ਦੂਜਿਆਂ ਦੇ ਪ੍ਰਤੀ? ਤੇ ਦਇਆ ਹੀ ਧਰਮ ਹੈ। ਦਇਆ ਧਰਮ का मूल है, पाप मूल अभिमान, तुलसी दया न छोड़िए जब लग घट में प्राण। भगत तुलसीदास जी कहते कि प्यारिया, धार्मिक इंसान की सब तो वड्डी पहचान यही जे प्यारी साध संगत। जरूरी नहीं कि टिक्का लगा के आदमी धार्मिक बनता है, सिर मुंडा के आदमी धार्मिक बनता है, लंबे केस रख के या किरपान पा के आदमी धार्मिक बनता है। नहीं, इंसान ते धार्मिक वो है जिस दे मन दे अंदर दूजियां दे प्रति प्यार है। ते गुरु जी ने कह दिता, साच कहो सुन लिहो सब है, जिन प्रेम कियो तिन ही प्रभ पाए। परमात्मा ते उन्होंने प्राप्त किया जिन्हों ने परमात्मा की बनाई हुई खलकत दे नाल प्यार किया। ते परमात्मा रहिंदा किथे है? लोगा भरम न भूलो भाई, खालक खलक खलक में खालक, पूर रहो सर्ब ठाई। वो परमात्मा ते हर जगह ते है। हुण गुरु जी कहने कि देन हार प्रभ छोड़ के लागे आन सुआए, नानक कहू न सीझई बिन नामे पत जाए। प्यारिया, अगर तू उस देन हारे परमात्मा नू
ਛੋੜ ਕੇ ਤੇ ਦੂਜੇ ਕੰਮਾਂ ਵਿੱਚ ਲੱਗ ਗਿਆ। ਉਸ ਪਰਮਾਤਮਾ ਨੂੰ ਤੂੰ ਚੇਤੇ ਨਹੀਂ ਕੀਤਾ, ਉਸ ਪਰਮਾਤਮਾ ਨੂੰ ਤੂੰ ਯਾਦ ਨਹੀਂ ਕੀਤਾ। ਲਾਗੇ ਆਣ ਸੁਆਏ ਨਾਨਕ ਕਹੂ ਨ ਸੀਜਈ, ਬਿਨ ਨਾਮੇ ਪਤ ਜਾਏ। ਅਗਰ ਤੂੰ ਨਾਮ ਨਹੀਂ ਜਪਿਆ ਨਾ ਤੇ ਪਰਮਾਤਮਾ ਦੀ ਦਰਗਾਹ ਵਿੱਚ ਤੈਨੂੰ ਮਾਨ ਨਹੀਂ ਮਿਲੇਗਾ, ਉੱਥੇ ਤੇਰੀ ਇੱਜ਼ਤ ਨਹੀਂ ਹੋਵੇਗੀ, ਉੱਥੋਂ ਦੁਰਕਾਰ ਕੇ ਫਿਰ ਤੈਨੂੰ ਬਾਹਰ ਕੱਢ ਦਿੱਤਾ ਜਾਵੇਗਾ। ਤੇ ਗੁਰੂ ਜੀ ਆਪਣੀ ਬਾਣੀ ਚ ਕਹਿੰਦੇ ਨੇ ਪਿਆਰੀ ਸਾਧ ਸੰਗਤ ਜੀ ਕਿ ਕੋਟ ਬਿਘਨ ਤਿਸ ਲਾਗਤੇ, ਜਿਸ ਨੂੰ ਵਿਸਰੈ ਨਾਉ, ਨਾਨਕ ਅਨ ਦਿਨ ਬਿਲਪਤੇ, ਜਿਉ ਸੁੰਝੇ ਘਰ ਕਾ। ਕਰੋੜਾਂ ਵਿਘਨ, 1 2 10 20 ਨਹੀਂ, ਕੋਟ ਬਿਘਨ ਤਿਸ ਲਾਗਤੇ, ਜਿਸ ਨੂੰ ਵਿਸਰੇ ਨਾ, ਜਿਸ ਨੂੰ ਪਰਮਾਤਮਾ ਦਾ ਨਾਮ ਵਿਸਰ ਗਿਆ, ਫਿਰ ਕਰੋੜਾਂ ਦੁੱਖ ਆ ਕੇ, ਸੰਤਾਪ ਆ ਕੇ ਉਸ ਇਨਸਾਨ ਨੂੰ ਲੱਗਦੇ ਨੇ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਹੁਣ ਬੱਚਾ ਹੈ, ਬੱਚੇ ਦੇ ਮਨ ਦੇ ਅੰਦਰ ਜਦੋਂ ਆਇਆ, ਫਿਰ ਬੱਚੇ ਨੇ ਮਾਂ ਤੋਂ ਇੱਕ ਸਵਾਲ ਕਰ ਦਿੱਤਾ। ਕਹਿਣ ਲੱਗਾ, ਮਾਂ ਮੈਨੂੰ ਇੱਕ ਤਰੀਕਾ ਦੱਸੋ ਕਿ ਕਿਸੇ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਬੱਚੇ ਨੇ ਸਵਾਲ ਕੀਤਾ, ਧਰੂ ਨੇ, ਛੋਟਾ ਬੱਚਾ ਹੈ 5 ਸਾਲ ਦਾ, ਮਾਂ ਨੂੰ ਕਹਿ ਰਿਹਾ, ਮਾਂ ਕੋਈ ਐਸਾ ਤਰੀਕਾ ਦੱਸ, ਐਸਾ ਕੋਈ ਉਪਾਅ ਦੱਸ, ਉਹ ਮੈਂ ਕੀ ਉਦਮ ਕਰਾਂ, ਕਿਹੜੀ ਮਿਹਨਤ ਕਰਾਂ, ਕਿਹੜੀ ਕੋਸ਼ਿਸ਼ ਕਰਾਂ ਜਿਸ ਦੇ ਨਾਲ ਇਹ ਮੈਨੂੰ ਰਾਜ ਮਿਲ ਜਾਵੇ, ਬਾਪ ਦਾ ਰਾਜ ਮੈਨੂੰ ਮਿਲ ਜਾਵੇ। ਮਾਂ ਬੜੀ ਸਿਆਣੀ ਸੀ ਪਿਆਰੀ ਸਾਧ ਸੰਗਤ, ਉਸਨੇ ਇੱਕ ਤਰੀਕਾ ਦੱਸਿਆ। ਅਗਰ ਕੋਈ ਮਾਂ ਹੁੰਦੀ ਨਾ ਕੁਚੱਜੀ, ਉਹ ਐਸੀਆਂ ਗੱਲਾਂ ਕਰਦੀ ਕਿ ਨਫ਼ਰਤ ਪੈਦਾ ਹੋ ਜਾਂਦੀ। ਉਹ ਕਹਿਣ ਲੱਗੇ, ਪੁੱਤਰ ਅਗਰ ਤੈਨੂੰ ਰਾਜ ਚਾਹੀਦਾ ਨਾ ਫਿਰ ਇੱਕ ਕੰਮ ਕਰ। ਉਹ ਕੀ ਕੰਮ ਦੱਸਿਆ? ਅਗਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਕਿਸੇ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਤੇ ਮਾਂ ਨੇ ਬੜਾ ਸੁੰਦਰ ਜਵਾਬ ਦਿੱਤਾ ਕਿ ਪਰਮੇਸ਼ਰ ਆਰਾਧੀਏ, ਜਿੰਦੂ ਹੋਈਏ ਪਤਤ ਪੁਨੀਤਾ। ਮਾਂ ਕਹਿੰਦੀ ਕਿ ਬੇਟਾ ਇੱਕ ਰਸਤਾ ਹੈ, ਉਹ ਸ਼ਸਤਰ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ, ਉਹ ਤਾਕਤ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ। ਅਗਰ ਤੂੰ ਉਸ ਰਾਜ ਨੂੰ ਪ੍ਰਾਪਤ ਕਰਨਾ ਹੈ ਨਾ, ਫਿਰ ਤੂੰ ਪਰਮੇਸ਼ਰ ਦੀ ਬੰਦਗੀ ਕਰ। ਜਿੰਦੂ ਹੋਈਏ ਪਤਤ ਪੁਨੀਤਾ, ਪਤਤ ਤੋਂ ਪੁਨੀਤ ਹੋ ਜਾਂਦਾ ਇਨਸਾਨ, ਫਿਰ ਉਸ ਦਾ ਸੰਸਾਰ ਤੇ ਕੋਈ ਦੁਸ਼ਮਣ ਨਹੀਂ ਰਹਿੰਦਾ, ਉਹਨੂੰ ਸਾਰਾ ਸੰਸਾਰ ਆਪਣਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਗੁਰਬਾਣੀ ਵਿੱਚ ਆਪਾਂ ਪੜ੍ਹਦੇ ਨਾ ਪਿਆਰੀ ਸਾਧ ਸੰਗਤ ਜੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕਿਉ ਮੇਰੇ ਰਾਜਨ। ਇਹ ਅਵਸਥਾ ਬਣ ਜਾਂਦੀ ਹੈ ਨਾਮ ਜਪਣ ਤੋਂ ਬਾਅਦ ਪਿਆਰੀ ਸਾਧ ਸੰਗਤ। ਜਿਹੜੇ ਨਾਮ ਜਪਦੇ ਨੇ ਫਿਰ ਉਹਨੂੰ ਕੋਈ ਦੁਸ਼ਮਣ ਲੱਗਦਾ ਨਹੀਂ। ਆਪਾਂ ਇਤਿਹਾਸ ਪੜ੍ਹਨੇ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਧਰਮ ਯੁੱਧ ਹੋ ਰਿਹਾ ਸੀ, ਭਾਈ ਘਨਈਆ ਜੀ ਉਹ ਪਾਣੀ ਪਿਲਾਉਂਦੇ ਸੀ ਦੁਸ਼ਮਣਾਂ ਨੂੰ। ਹੁਣ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਨੇ ਤੇ ਕਿਸੇ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਜੀ ਇਹ ਤੇ ਦੁਸ਼ਮਣਾਂ ਦੇ ਨਾਲ ਮਿਲ ਗਏ। ਗੁਰੂ ਜੀ ਨੇ ਬੁਲਾ ਲਿਆ, ਜਾਣਦੇ ਸੀ, ਸਭ ਕੁਝ ਜਾਣਦੇ ਸੀ, ਆਪ ਅੰਤਰਜਾਮੀ ਸੀ। बुला लिया, कहने लगा भाई घनैया तो एक शिकायत आई है, हुक्म करो गुरु जी, मैं ते भुलनहार हाँ, मेरे को तो गलतियां हो जांदियां। कहने लगे बेटा तू दुश्मनों को पानी पिलाना है। सिंह कह रहे ने कि असीं उन्होंने मारने आ, असीं जख्मी करने आ, असीं फट्टड़ करने आ, ते ये जाके उन्होंने पानी पिला के फिर सुरजीत कर देंदा है। एक गल कही सी भाई घनैया जी ने, कहने लगा गुरु जी मैनू जदों ही किसी पासों आवाज आउंदी है ना, युद्ध दे मैदान दे अंदर फट्टड़ पिया होया कोई भी आदमी जदों पानी पुकारदा है ना, जदों मैं उसदे कोल जांदा हां, मैनू उसदे विच आप जी दे दर्शन होंदे ने। कह दो वाहिगुरू, मैं ते अज तक किसी दुश्मन नू पानी पिलाया ही नहीं गुरु जी, मैं ते आप जी नू पानी पिलाना।
ਇਹ ਅਵਸਥਾ ਬਣ ਜਾਂਦੀ ਹੈ। ਫਿਰ ਗੁਰੂ ਜੀ ਨੇ ਕੀਤਾ ਸੀ, ਕਹਿਣ ਲੱਗੇ ਬੇਟਾ ਜਿੱਥੇ ਤੂੰ ਪਾਣੀ ਪਿਲਾਣਾ ਹੈ ਨਾ, ਇਹ ਨਾਲ ਦੀ ਨਾਲ ਮੱਲਮ ਪੱਟੀ ਲੈ ਜਾ, ਕਿਉਂਕਿ ਗੁਰੂ ਦਾ ਕਿਸੇ ਨਾਲ ਵੈਰ ਨਹੀਂ ਸੀ ਪਿਆਰੀ ਸਾਧ ਸੰਗਤ। ਗੁਰੂ ਤੇ ਸਰਬਤ ਦਾ ਸਭ ਦਾ ਸਾਂਝਾ ਸੀ। ਹਾਂ, ਜਿੱਥੇ ਜ਼ਬਰਦਸਤੀ ਹੈ, ਜਿੱਥੇ ਜ਼ੁਲਮ ਹੈ, ਜ਼ੁਲਮ ਦਾ ਟਾਕਰਾ। ਇਹ ਜੋ ਕਿਰਪਾਨ ਹੈ ਨਾ ਗੁਰੂ ਨੇ ਦਿੱਤੀ ਹੈ ਪਿਆਰੀ ਸਾਧ ਸੰਗਤ, ਕਿਰਪਾਨ ਦੂਜਿਆਂ ਦੇ ਵਾਸਤੇ ਢਾਲ ਹੈ ਤੇ ਆਪਦੇ ਵਾਸਤੇ ਆਪ ਦਾ ਬਚਾਓ ਹੈ। ਦੂਜਿਆਂ ਤੇ ਕਿਸ ਦੇ ਜ਼ੁਲਮ ਹੋ ਰਿਹਾ ਹੈ, ਫਿਰ ਉਹ ਸਿੱਖ ਦੀ ਕਿਰਪਾਨ ਉੱਤੇ ਕੰਮ ਕਰਦੀ ਹੈ। ਉਹ ਜਾ ਕੇ ਦੂਜਿਆਂ ਉੱਤੇ ਉਹਦੇ ਜ਼ੁਲਮ ਜੋ ਕਰ ਰਿਹਾ ਹੈ ਉਸ ਦੇ ਨਾਲ ਮੁਕਾਬਲਾ ਕਰਦੀ ਹੈ। ਤੇ ਜਦੋਂ ਕੋਈ ਆਪਦੇ ਤੇ ਜ਼ੁਲਮ ਕਰਦਾ ਹੈ, ਫਿਰ ਇਹ ਢਾਲ ਦਾ ਕੰਮ ਕਰਦੀ ਹੈ। ਆਪਣੇ ਬਚਾਓ ਦੇ ਵਾਸਤੇ ਗੁਰੂ ਨੇ ਇਹ ਆਪਣੇ ਸੇਵਕਾਂ ਨੂੰ, ਆਪਣੇ ਸਿੱਖਾਂ ਨੂੰ ਇਹ ਪਹਿਚਾਨ ਦਿੱਤੀ ਹੈ ਪਿਆਰੀ ਸਾਧ ਸੰਗਤ। ਕਹਿ ਦੋ ਵਾਹਿਗੁਰੂ ਵਾਹਿਗੁਰੂ। ਮਾਂ ਕਹਿਣ ਲੱਗੀ ਬੇਟਾ ਪਰਮੇਸ਼ਰ ਅਰਾਧੀ ਹੈ, ਜਿੰਦੂ ਹੋਈ ਹੈ ਪਤਤ ਪੁਨੀਤਾ। ਉਸ ਪਰਮਾਤਮਾ ਦੀ ਬੇਨਤੀ, ਉਸ ਦੀ ਪਰਮਾਤਮਾ ਦੀ ਬੰਦਗੀ ਕਰ। ਤੂੰ ਨਾਮ ਜਪੇਗਾ, ਫਿਰ ਕੀ ਹੋਏਗਾ, ਤੈਨੂੰ ਰਾਜ ਵੀ ਮਿਲ ਜਾਏਗਾ ਤੇ ਕੋਈ ਵੀ ਦੁਨੀਆ ਦੇ ਅੰਦਰ ਤੇਰਾ ਦੁਸ਼ਮਣ ਨਹੀਂ ਬਣੇਗਾ। ਛੋਟਾ ਜਿਹਾ ਬੱਚਾ ਕਹਿਣ ਲੱਗਾ ਮਾਂ ਮੈਨੂੰ ਇਜਾਜ਼ਤ ਦੇ, ਮੈਂ ਜਾਣਾ ਹੈ ਮਾਂ, ਮੈਂ ਹੁਣ ਨਾਮ ਜਪਣਾ ਹੈ। ਤੇ ਰਾਜੇ ਦਾ ਇੱਕੋ ਇੱਕ ਪੁੱਤਰ ਸੀ ਪਿਆਰੀ ਸਾਧ ਸੰਗਤ। ਇਤਿਹਾਸ ਕਹਿੰਦਾ ਹੈ ਕਿ ਬਾਹਰ ਚਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਹੁਣ ਮਨ ਦੇ ਅੰਦਰ ਵਿਰਾਗ ਹੈ, ਮਨ ਦੇ ਇੱਕ ਤੜਪ ਹੈ, ਕੁਝ ਪ੍ਰਾਪਤ ਕਰਨਾ ਹੈ। ਬੇਨਤੀ ਕਰਾਂ, ਇਹ ਜੋ ਨਾਮ ਜਪਿਆ ਜਾਂਦਾ ਹੈ ਨਾ, ਇਸ ਦੇ ਪਿੱਛੇ ਇੱਕ ਤੇ ਹੁੰਦਾ ਹੈ ਭਾਵ ਤੋਂ ਮਤਲਬ ਹੈ ਪਿਆਰ ਹੈ ਸਾਡਾ ਉਸ ਪਰਮਾਤਮਾ ਦੇ ਨਾਲ। ਦੂਜਾ ਹੁੰਦਾ ਹੈ ਭੈ, ਜਾਂ ਅਸੀਂ ਭੈ ਕਰਕੇ ਪਰਮਾਤਮਾ ਦੀ ਬੰਦਗੀ ਕਰਦੇ ਆ, ਜਾਂ ਭਾਵ ਕਰਕੇ ਅਸੀਂ ਬੰਦਗੀ ਕਰਦੇ ਆ। ਜਿਹੜੀ ਭਾਵ ਕਰਕੇ ਬੰਦਗੀ ਕੀਤੀ ਜਾਂਦੀ ਹੈ, ਨਾਮ ਜਪਿਆ ਜਾਂਦਾ ਹੈ, ਉਹ ਪਰਮਾਤਮਾ ਨੂੰ ਬੜਾ ਅੱਛਾ ਲੱਗਦਾ ਹੈ। ਤੇ ਭੈ ਕਰਕੇ ਡਰਨਾ ਪਰਮਾਤਮਾ ਤੋਂ ਨਹੀਂ, ਡਰਨਾ ਅਸੀਂ ਆਪਣੇ ਕਰਮਾਂ ਤੋਂ ਹੈ ਪਿਆਰੀ ਸਾਧ ਸੰਗਤ। ਅਸੀਂ ਜਿਹੜੇ ਕਰਮ ਕਰਨੇ ਆ ਨਾ, ਪਰਮਾਤਮਾ ਤੇ ਸਾਡੇ ਮਾਂ ਬਾਪ ਹੈ, ਪਰਮਾਤਮਾ ਤੇ ਸਾਡਾ ਰਾਖਾ ਹੈ। ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀ। ਪਰਮਾਤਮਾ ਤੇ ਸਾਡਾ ਮਾਂ ਬਾਪ ਹੈ ਪਿਆਰੀ ਸਾਧ ਸੰਗਤ। ਪਰਮਾਤਮਾ ਤੇ ਸਾਡੇ ਕਰਮਾਂ ਨੂੰ ਵੇਖਦਾ ਹੈ ਤੇ ਕਰਮਾਂ ਦੇ ਮੁਤਾਬਕ ਸਾਨੂੰ ਉਸ ਦੀ ਸਜ਼ਾ ਦਿੰਦਾ ਹੈ। ਹੁਣ ਚਲਿਆ, ਬਾਹਰ ਚਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਤੇ ਨਾਰਦ ਮੁਨ ਉਪਦੇਸ਼ਿਆ। ਇਤਿਹਾਸ ਕਹਿੰਦਾ ਕਿ ਨਾਰਦ ਜੀ ਪ੍ਰਗਟ ਹੋ ਗਏ। ਕਹਿ ਦੋ ਵਾਹਿਗੁਰੂ। ਨਾਰਦ ਜੀ ਪ੍ਰਗਟ ਹੋ ਗਏ, ਸਾਹਮਣੇ ਆ ਗਏ। ਕਹਿ ਲਗੇ ਬੇਟਾ ਕਿੱਥੇ ਚਲੇ ਆ? ਕਹਿੰਦਾ ਜੀ ਤਪ ਕਰਨ ਚਲੇ ਆ। ਕਿੱਥੇ ਚਲੇ ਆ? ਕਹਿੰਦੇ ਜੰਗਲ ਵਿੱਚ ਚਲੇ ਆ। ਘਰ-ਬਾਰ ਕਿਉਂ ਛੋੜ ਦਿੱਤਾ ਹੈ? ਕਹਿੰਦਾ ਜੀ ਰਾਜ ਲੈਣਾ ਬਾਪ ਦੇ ਕੋਲੋਂ। ਸੌਤੇਲੀ ਮਾਂ ਨੇ ਮੈਨੂੰ ਬਾਪ ਦੀ ਗੋਦ ਦੇ ਵਿੱਚੋਂ ਉਠਾ ਦਿੱਤਾ, ਹੁਣ ਮੈਂ ਰਾਜਾ ਬਣਨਾ ਆਪਣੇ ਦੇਸ਼ ਦਾ। ਉਸ ਦੇ ਵਾਸਤੇ ਮੇਰੀ ਮਾਂ ਕਹਿੰਦੀ ਹੈ ਤੂੰ ਭਗਤੀ ਕਰ। ਕਹਿਣ ਲੱਗਾ ਬੇਟਾ ਤੂੰ ਜਿੱਥੇ ਚਲਿਆ ਉੱਥੇ ਤੇ ਵੱਡੇ ਵੱਡੇ ਜੰਗਲੀ ਜਾਨਵਰ ਹੁੰਦੇ ਨੇ, ਆਦਮੀ ਨੂੰ ਖਾ ਜਾਂਦੇ ਨੇ। ਕਹਿਣ ਲੱਗਾ ਜੀ ਕੋਈ ਗੱਲ ਨਹੀਂ, ਮਨ ਦੇ ਅੰਦਰ ਡਰ ਨਹੀਂ ਹੈ, ਮਨ ਦੇ ਅੰਦਰ ਭੈ ਨਹੀਂ ਹੈ, ਮਨ ਦੇ ਅੰਦਰ ਕੇਵਲ ਇੱਕ ਲਗਨ ਹੈ, ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਲਗਨ ਹੈ। ਕਹਿਣ ਲੱਗਾ ਕੋਈ ਗੱਲ ਨਹੀਂ, ਕੇਵਲ ਉੱਥੇ ਸ਼ੇਰ ਤੇ ਚਿੱਤੇ ਨਹੀਂ ਰਹਿੰਦੇ, ਉੱਥੇ ਛੋਟੇ ਜਾਨਵਰ ਵੀ ਰਹਿੰਦੇ ਨੇ। ਅਗਰ ਉਹ ਰਹਿ ਸਕਦੇ ਨੇ ਤੇ ਮੈਂ ਵੀ ਉੱਥੇ ਰਹਿ ਕੇ ਭਗਤੀ ਕਰਾਂਗਾ। ਇਤਿਹਾਸ ਕਹਿੰਦਾ ਕਿ ਭਗਤ ਨਾਰਦ ਜੀ ਨੇ ਫਿਰ ਨਾਮਦਾਨ ਦਿੱਤਾ। ਜਦੋਂ ਰਾਜੇ ਨੂੰ ਪਤਾ ਲੱਗਿਆ ਨਾ ਕਿ ਮੇਰਾ ਇੱਕੋ ਇੱਕ ਪੁੱਤਰ ਤੇ ਮੇਰੇ ਤੋਂ ਨਾਰਾਜ਼ ਹੋ ਕੇ ਉਹ ਜਾ ਰਿਹਾ ਹੈ, ਰਾਜੇ ਨੇ ਪਿੱਛੇ ਆਪਣੇ ਮੰਤਰੀ ਨੂੰ ਭੇਜਿਆ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨਿਤਾ। ਕਹਿਣ ਲੱਗੇ ਬੇਟਾ ਤੂੰ ਆ ਜਾ, ਤੈਨੂੰ ਰਾਜ ਚਾਹੀਦਾ ਨਾ, ਮੈਂ ਤੈਨੂੰ ਰਾਜ ਦਿੰਦਾ। ਕਹਿ ਦੋ ਵਾਹਿਗੁਰੂ। ਹੁਣ ਜਦੋਂ ਬਾਪ ਨੇ ਰਾਜ ਦੀ ਆਫਰ ਕੀਤੀ ਨਾ, ਮਨ ਦੇ ਅੰਦਰ ਹੋਰ ਵਿਸ਼ਵਾਸ ਬਣ ਗਿਆ। ਕਹਿਣ ਲੱਗਾ ਮੈਂ ਤੇ ਸੋਚਦਾ ਸੀ ਭਗਤੀ ਕਰਨੀ ਪਵੇਗੀ, ਉਸ ਤੋਂ ਬਾਅਦ ਜਾ ਕੇ ਕਿਤੇ ਮੈਨੂੰ ਰਾਜ ਮਿਲੇਗਾ। ਅਜੇ ਤੇ ਮੈਂ ਭਗਤੀ ਕੀਤੀ ਨਹੀਂ, ਅਜੇ ਤੇ ਮੈਂ ਨਾਮ ਜਪਿਆ ਨਹੀਂ, ਅਜੇ ਤੇ ਮੈਂ ਉਸ ਰਸਤੇ ਤੇ ਚੱਲਿਆ। ਤੇ ਜਿਸ ਬਾਪ ਨੇ ਮਾਂ ਦੀ ਪਰਵਾਹ ਕਰਦਿਆਂ ਹੋਇਆਂ ਮੇਰੀ ਸੌਤੇਲੀ ਮਾਂ ਦੇ ਡਰ ਤੋਂ ਮੈਨੂੰ ਆਪਣੀ ਗੋਦ ਦੇ ਵਿੱਚ ਉਠਾ ਦਿੱਤਾ ਸੀ, ਹੁਣ ਉਹੀਓ ਬਾਪ ਮੈਨੂੰ ਰਾਜ ਦੀ ਆਫਰ ਕਰ ਰਿਹਾ ਹੈ ਕਿ ਅੱਧਾ ਰਾਜ ਬੇਟੇ ਮੈਂ ਤੈਨੂੰ ਹੁਣੇ ਦੇ ਦਿੰਦਾ ਤੇਰਾ ਹਿੱਸੇ ਦਾ, ਤੂੰ ਆ ਕੇ ਰਾਜ ਕਰ। ਕਹਿਣ ਲੱਗਾ ਹੁਣ ਮੈਂ ਅੱਧਾ ਰਾਜ ਨਹੀਂ ਕਰਨਾ, ਹੁਣ ਮੈਂ ਸਾਰੇ ਰਾਜ ਤੇ ਰਾਜ ਕਰਨਾ ਹੈ। ਇਤਿਹਾਸ ਕਹਿੰਦਾ ਪਿਆਰੀ ਸਾਧ ਸੰਗਤ ਕਿ ਹਾਰ ਚਲੇ ਗੁਰਮੁਖ ਜਗ ਜੀਤਾ। ਉਹ ਗੁਰਮੁਖ ਸੀ ਪਿਆਰੀ ਸਾਧ ਸੰਗਤ ਜੀ। ਫਿਰ ਉਸਨੇ ਰਾਜ ਦਾ ਲਾਲਚ ਨਹੀਂ ਕੀਤਾ ਤੇ ਬਚਪਨ ਦੇ ਅੰਦਰ ਉਹ ਅਵਸਥਾ ਬਣ ਗਈ।
नाम जप के वो अवस्था बन गई प्यारी साध संगत। अज भी धरू नां दा एक तारा जदों आपां अमृत वेले उठने आ ना ते पच्छम साइड ते एक वड्डा तारा जो दिखाई देंदा है, साडे बुजुर्ग क्या करदे सी, वड्डे वडेरे क्या करदा सी कि यह जिहड़ा तारा है ना यह धरू तारा है। अज भी वो धरू तारा अज चमक रहा है संसार दे अंदर। क्यों कि उसने नाम जपिया, उसने बंदगी कीती ते बचपन दे अंदर। एक बेनती करा प्यारी साध संगत, यह जो बचपन है ना, बचपन जिहड़ा इंसान दी बुजुर्गी है, वो इंसान दी बुजुर्गी शरीर करके नहीं, उम्र करके नहीं कि आदमी 70 साल या 80 साल का हो गया वो बुजुर्ग हो गया। वेखण विच शरीर करके वो बुजुर्ग हो सकता है, बाकी मानसिक तौर पर आत्मक तौर पर वो जो बच्चा हो सकता है। तो अगर कोई 5 या 6 साल का बच्चा है, वो बच्चा उम्र करके नहीं, वो अपनी बौद्धिक शक्ति दे नाल वो इंसान भगत भी बन सकता है। जिस तरह भगत प्रहलाद, जिस तरह भगत धरू, ते इत्थों तक प्यारी साध संगत साडे गुरु घर दे अंदर तां 5.5 साल दे 8वें पातशाह गुरु श्री गुरु हरकिशन जी महाराज, उन्हां दी उम्र केवल 5.5 साल की उम्र सी प्यारी साध संगत। जिथे 5 साल का भगत बन सकता है, जिथे 5 साल का उत्थे 5 साल का गुरु भी बन सकता है। क्योंकि जो ज्ञान है ये परमात्मा की कृपा दे नाल असी अपने शरीर नूं सुडोल कर सकने हैं। असी जिम चले जाइए, असी पदार्थ खाइए, असी खा खा के अपने शरीर नूं असी कर सकने हैं। बाकी जिहड़ी अबौधिक शक्ति है ना, ये परमात्मा की कृपा दे नाल इंसान नूं मिलदी है। ये कदों उसकी कृपा हो जावे, वो बचपन दे विच भी हो सकती है। ये कृपा उस परमात्मा की होंदी है। प्यारी साध संगत, भगत धरू जी जिन्होंने बचपन के अंदर भगती की। कोई आदमी सोचे कि नहीं बचपन के अंदर भगती नहीं हो सकती। भगती केवल एक विश्वास है, भगती केवल समर्पण है, अपने आप को परमात्मा के सपुर्द कर देना, फिर किसी चीज़ की चिंता नहीं करनी। ऐसी भगती की भगत धरू जी ने, जिस दे बारे भाई गुरदास जी ने लिखा। श्री गुरु ग्रंथ साहिब जी महाराज अंदर कई जगह उत्ते इस भगत धरू जी का, भगत प्रहलाद जी का जिक्र आउंदा है। ते भाई गुरदास जी की समझा रहे ने, किस तरीके दे नाल उन्होंने भगती की, वो अपनी रचना में सानू समझा रहे हैं। किसे उदम ते राज मिले, शत्रु ते सब होवन मीता। किसे उदम ते राज मिले, शत्रु ते सब होवन मीता। परमेश्वर आराध्य जितु होए अतत पुनीता। परमेश्वर आराध्य जितु होए अतत पुनीता। किसे उदम ते राज मिले, शत्रु ते सब होवन मीता। किसे उदम ते राज मिले, शत्रु ते सब होवन मीता। शत्रु ते सब होवन मीता। शत्रु ते सब होवन मीता। वाहिगुरु जी का खालसा, वाहिगुरु
ਜੀ ਕੀ ਫਤਿਹ।